हाँ जी, वाहिगुरू जी का खालसा वाहिगुरू जी की फतेह। अज इस वीडियो के जरिए ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੇ ਨਾਲ ਸੰਬੰਧਿਤ। ਜਿਸ ਤਰ੍ਹਾਂ ਕਿ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਆਪਣੇ ਦੇ ਲਈ ਬਹੁਤ ਘੱਟ ਜਿਉਂਦੇ ਹਾਂ, ਆਪਾਂ ਲੋਕਾਂ ਦੇ ਲਈ ਬੜਾ ਜਿਉਂਦੇ ਹਾਂ। ਉਹਦੇ ਨਾਲ ਸੰਬੰਧਿਤ ਇਹ ਸਾਰੀ ਵੀਡੀਓ ਆ ਕਿ ਆਪਣਾ ਜਿਹੜਾ ਰੋਜ਼ ਦਾ ਰਹਿਣ ਸਹਿਣ ਆ, ਰੋਜ਼ ਦੀ ਆਪਣੀ ਜ਼ਿੰਦਗੀ ਆ, ਅਸੀਂ ਆਪਣੇ ਲਈ ਨਹੀਂ ਸਮਾਂ ਕੱਢਦੇ, ਆਪਣੇ ਲਈ ਨਹੀਂ ਕੰਮ ਸਾਰਾ ਕਰਦੇ, ਅਸੀਂ ਕੰਮ ਲੋਕਾਂ ਦੇ ਲਈ ਕਰਦੇ ਹਾਂ। ਉਦਾਹਰਣ ਦੇ ਤੌਰ ਤੇ ਕਿ ਜੇ ਅਸੀਂ ਕੱਪੜੇ ਪਾਉਂਦੇ ਆ, ਆਪਣੇ ਲਈ ਨਹੀਂ ਪਾਉਂਦੇ, ਲੋਕਾਂ ਨੂੰ ਸੋਹਣੇ ਦਿਸਣ ਦੇ ਲਈ ਪਾਉਂਦੇ ਆ। ਜੇ ਅਸੀਂ ਕੋਈ ਸੋਹਣਾ ਘਰ ਬਣਾਉਂਦੇ ਆ, ਉਹ ਆਪਣੇ ਲਈ ਨਹੀਂ ਬਣਾਉਂਦੇ, ਉਹ ਅਸੀਂ ਲੋਕਾਂ ਨੂੰ ਦਿਖਾਉਣ ਦੇ ਲਈ ਬਣਾਉਂਦੇ ਆ ਕਿ ਲੋਕ ਸਾਡਾ ਘਰ ਦੇਖਣ। ਅਸੀਂ ਲੋਕਾਂ ਮਹਿੰਗੇ ਮਹਿੰਗੇ ਨਕਸ਼ੇ ਕਢਵਾ ਕੇ ਮਹਿੰਗਾ ਮਹਿੰਗਾ ਉਹਦੇ 'ਤੇ ਮਟੀਰੀਅਲ ਉਹਦੇ ਵਿੱਚ ਵਰਤ ਕੇ ਅਸੀਂ ਘਰ ਬਣਾਉਂਦੇ ਆ, ਤਾਂ ਕਿ ਲੋਕ ਜਦੋਂ ਸਾਡਾ ਘਰ ਵੇਖਣ ਤੇ ਲੋਕ ਦੇਖ ਕੇ ਇੰਨੀ ਗੱਲ ਉਹਨਾਂ ਦੇ ਮੂੰਹ 'ਚੋਂ ਨਿਕਲੇ ਵੀ ਜ਼ਿੰਦਗੀ ਤੇ ਇਹਦੀ ਆ, ਵੀ ਕਿਆ ਬਾਤ ਹੈ। ਜਾਂ ਇੱਦਾਂ ਕੁਛ ਆਪਾਂ ਲੋਕਾਂ ਦੇ ਮੂੰਹੋਂ ਵਡਿਆਈ ਸੁਣਨੀ ਚਾਹੁੰਦੇ ਆ। ਕਿਤੇ ਨਾ ਕਿਤੇ ਸਾਡੇ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਸਾਡੇ ਦੁੱਖ ਦਾ ਕਾਰਨ ਬਣਦੀਆਂ। ਸਾਨੂੰ ਲੱਗਦਾ ਵੀ ਖਨੀ ਇਹ ਗੱਲ 'ਚ ਸੁਖੀ ਆ, ਕਿਉਂਕਿ ਅੱਜ ਜਿਹੜੀ ਦੁਨੀਆ ਦੀ ਭੱਜ ਦੌੜ ਬਣੀ ਹੋਈ ਆ, ਉਹ ਇਸ ਗੱਲ 'ਚ ਬਣੀ ਹੋਈ ਆ ਕਿ ਆਪਾਂ ਪੈਸਾ ਇਕੱਠਾ ਕਰ ਲਈਏ, ਸਾਡੇ ਕੋਲ ਮਹਿੰਗੀਆਂ ਕਾਰਾਂ ਹੋਣ, ਸਾਡੇ ਕੋਲ ਮਹਿੰਗੀਆਂ ਕੋਠੀਆਂ ਹੋਣ, ਸਾਡੇ ਕੋਲ ਜਿਹੜਾ ਸਾਡਾ ਲਿਵਿੰਗ ਸਟਾਈਲ ਆ ਸਾਡਾ ਉਹ ਬਹੁਤ ਮਹਿੰਗਾ ਹੋਵੇ, ਕਾਫੀ ਤਕੜਾ ਹੋਵੇ ਆਮ ਲੋਕਾਂ ਦੇ ਨਾਲੋਂ। ਹਰ ਬੰਦਾ ਇਹ ਆਪਣੀ ਸੋਚ ਰੱਖਦਾ। ਪਰ ਜਦੋਂ ਆਪਾਂ ਗੱਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ, ਤਾਂ ਗੁਰੂ ਸਾਹਿਬ ਜੀ ਦੀ ਬਾਣੀ ਸਾਡੀ ਇਸ ਸੋਚ ਦੇ ਨਾਲੋਂ ਥੋੜ੍ਹਾ ਜਿਹਾ ਅਲੱਗਾ ਸਾਨੂੰ ਇਹਦੇ ਬਾਰੇ ਸਪਸ਼ਟ ਕਰਦੀ ਹੈ। ਗੁਰੂ ਸਾਹਿਬ ਕੀ ਸਪਸ਼ਟ ਕਰਦੇ ਆ ਵੀ ਹੇ ਮਨੁੱਖ, ਜਿਵੇਂ ਤੂੰ ਜਿਉਣਾ ਚਾਹੁੰਦਾ, ਤੇਰੇ ਆਹ ਜਿਉਣ ਦਾ ਜਿਹੜਾ ਤਰੀਕਾ ਹੈਗਾ ਇਹ ਤੇਰੇ ਵਾਸਤੇ ਕਿਤੇ ਨਾ ਕਿਤੇ ਦੁੱਖ ਦਾ ਕਾਰਨ ਬਣਦਾ ਹੈ। ਤੇ ਦੁਨੀਆ ਦੇ ਵਿੱਚ ਰਹਿਣ ਸਹਿਣ ਦੇ ਲਈ ਜਿਵੇਂ ਤੂੰ ਕਰਦਾ ਫਿਰਦਾ ਕਿ ਮੈਂ ਸੁਖੀ ਹੋਣ ਦੇ ਲਈ ਮੈਂ ਉਧਰੋਂ ਧਨ ਕਮਾ ਲਾਂ, ਗਲਤ ਤਰੀਕੇ ਨਾਲ ਕਿਤੇ ਉਧਰੋਂ ਕਮਾਈ ਕਰ ਲਾਂ, ਤਾਂ ਇਹ ਕਿਤੇ ਨਾ ਕਿਤੇ ਤੇਰਾ ਦੁੱਖ ਦਾ ਕਾਰਨ ਬਣਨਾ ਹੈ। ਜਿਹੜਾ ਤੂੰ ਲੋਕਾਂ ਦੇ ਲਈ ਜਿਉਂ ਰਿਹਾ ਹੈ, ਆਪਣੇ ਲਈ ਨਹੀਂ, ਲੋਕਾਂ ਦੇ ਲਈ ਜਿਉਂ ਰਿਹਾ ਹੈ। ਹੁਣ ਦੇਖੋ, ਪੰਜਾਬ ਦੇ ਵਿੱਚ ਜਿਹੜੇ ਮਹਿੰਗੇ ਮਹਿੰਗੇ ਮੌਲ ਬਣਨੇ, ਪੰਜਾਬ ਦੇ ਵਿੱਚ ਮਹਿੰਗਾ ਕੱਪੜਾ ਪਾਉਣਾ, ਬ੍ਰਾਂਡ ਆਉਣਾ, ਇਹਦਾ ਕਾਰਨ ਇਹੀ ਆ ਕਿ ਅਸੀਂ ਲੋਕਾਂ ਨੂੰ ਸੋਹਣਾ ਬਣ ਕੇ ਦਿਖਾਉਣਾ ਚਾਹੁੰਦੇ ਆ, ਲੋਕਾਂ ਨੂੰ ਇਹ ਪੇਸ਼ ਕਰਨਾ ਚਾਹੁੰਦੇ ਆ ਵੀ ਸਾਡੇ ਕੋਲ ਬੜਾ ਕੁਛ ਆ। ਉਦਾਹਰਣ ਦੇ ਤੌਰ ਤੇ ਜਿਵੇਂ ਆਪਾਂ ਵੇਖੀਏ ਕਿ ਸਾਨੂੰ ਜਿਵੇਂ ਦਾ ਪਰਮਾਤਮਾ ਨੇ ਬਣਾਇਆ, ਅਸੀਂ ਆਪਣੇ ਆਪ ਨੂੰ ਉਵੇਂ ਐਕਸੈਪਟ ਨਹੀਂ ਕਰਦੇ। ਅਸੀਂ ਆਪਣੇ ਆਪ ਨੂੰ ਉਵੇਂ ਹੀ ਜਿਹੜਾ ਹੈ ਉਹਦੇ ਵਿੱਚ ਖੁਸ਼ੀ ਨਹੀਂ ਸਾਨੂੰ ਮਹਿਸੂਸ ਹੁੰਦੀ। ਅਸੀਂ ਕੁਝ ਹੋਰ ਬਣਨਾ ਚਾਹੁੰਦੇ ਹਾਂ, ਕੁਝ ਹੋਰ ਬਣ ਕੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ। ਮੈਂ ਸੌਖਾ ਕਰਨ ਦੇ ਲਈ ਤੁਹਾਨੂੰ ਉਦਾਹਰਨ ਦੱਸਾਂ ਗੱਲ, ਤਾਂ ਕਿ ਚੰਗੀ ਤਰ੍ਹਾਂ ਸਪਸ਼ਟ ਹੋ ਸਕੇ। ਥੋੜ੍ਹੇ ਕੁ ਸਮੇਂ ਦੀ ਗੱਲ ਆ, ਅੱਜ ਤੋਂ ਤਕਰੀਬਨ 7-8 ਸਾਲ ਪਹਿਲਾਂ ਦੀ ਗੱਲ ਆ। ਸਾਡੇ ਇੱਥੇ ਲਾਗੇ ਬੱਸ ਅੱਡੇ 'ਤੇ ਮੈਂ ਖੜ੍ਹਾ ਵਾਂ ਅਤੇ ਮੇਰੇ ਗੁੱਟ ਦੇ ਉੱਪਰ ਘੜੀ ਆ। ਉਸ ਅੱਡੇ ਦੇ ਉੱਪਰ ਮੈਂ ਬੱਸ ਨੂੰ ਉਡੀਕ ਰਿਹਾ ਅਤੇ ਨਾਲ ਹੀ ਇੱਕ ਬਜ਼ੁਰਗ ਮਾਤਾ ਉੱਥੇ ਅੱਡੇ ਦੇ ਨਾਲ ਖੜ੍ਹੀ ਆ। ਅਤੇ ਜਦੋਂ ਉਹ ਵੀ ਬੱਸ ਉਡੀਕ ਰਹੀ ਆ, ਮੈਂ ਵੀ ਬੱਸ ਨੂੰ ਉਡੀਕ ਰਿਹਾ ਏ, ਤਾਂ ਉਹਦੇ ਹੱਥ ਦੇ ਵਿੱਚ ਨਾ, ਮਾਤਾ ਦੇ, ਬਜ਼ੁਰਗ ਮਾਤਾ ਨੇ, ਉਹਨਾਂ ਦੇ ਹੱਥ ਦੇ ਵਿੱਚ ਖੂੰਡੀ ਆ ਅਤੇ ਤੁਰਨਾ ਵੀ ਉਹਨਾਂ ਤੋਂ ਬੜਾ ਔਖਾ ਹੋ ਰਿਹਾ। ਵੀ ਮੈਨੂੰ ਇਹ ਲੱਗਦਾ ਸੀ ਵੀ ਇਹ ਬੱਸ ਦੇ ਵਿੱਚ ਕਿਵੇਂ ਸਫ਼ਰ ਕਰਦੇ ਹੋਣਗੇ, ਕਿਉਂਕਿ ਉਹਨਾਂ ਦੀ ਜਿਹੜੀ ਸਰੀਰਕ ਹਾਲਤ ਆ, ਸਰੀਰਕ ਕਮਜ਼ੋਰੀ ਆ, ਉਹ ਸਾਹਮਣੇ ਦਿਸ ਰਹੀ ਸੀ। ਉੱਦਾਂ ਹੀ ਦੰਦ ਜੜਾ ਨਹੀਂ ਉਹ ਚੰਗੀ ਤਰ੍ਹਾਂ ਕੰਮ ਕਰਦੇ, ਐਨਕਾਂ ਲੱਗੀਆਂ ਹੋਈਆਂ ਨੇ, ਹੱਥ ਦੇ ਵਿੱਚ ਖੂੰਡੀ ਆ। ਪਰ ਤੁਸੀਂ ਦੇਖਿਓ ਕਿ ਉੱਥੇ ਗੱਲ ਵਾਪਰ ਰਹੀ ਆ। ਮੈਂ ਕੀ ਕਹਿਣਾ ਚਾਹੁੰਦਾ, ਜਦੋਂ ਕੁਝ ਕੁ ਸਮਾਂ ਵਾਪਰਦਾ ਤੇ ਉਹ ਮਾਤਾ ਜੀ ਨੇ ਦੇਖਿਆ ਕਿ ਮੇਰੇ ਗੁੱਟ ਦੇ ਉੱਪਰ ਘੜੀ ਬੰਨੀ ਹੋਈ ਹੈ, ਤਾਂ ਉਹ ਮਾਤਾ ਜੀ ਨੇ ਮੈਨੂੰ ਪੁੱਛਿਆ ਕੁਝ। ਮੈਨੂੰ ਪਤਾ ਕੀ ਕਹਿਣ ਲੱਗੇ, ਧਿਆਨ ਨਾਲ ਸੁਣਿਓ ਹੁਣ ਮਾਤਾ ਜੀ ਕੀ ਕਹਿਣ ਲੱਗੇ। ਮੈਨੂੰ ਕਹਿਣ ਲੱਗੇ, ਵੀਰੇ ਆਏਂ ਦੱਸੀ ਟਾਈਮ ਕੀ ਹੋ ਗਿਆ। ਹੁਣ ਦੇਖੋ, ਗੱਲ ਹਾਸੇ ਵਾਲੀ ਵੀ ਆ ਤੇ ਗੱਲ ਇੱਕ ਧਿਆਨ 'ਚ ਕਰਨ ਵਾਲੀ ਵੀ ਗੱਲ ਆ। ਵੀ ਮੈਂ ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ ਆ, ਵੀ ਮੈਂ ਤਾਂ ਉਹਨਾਂ ਦੇ ਪੋਤਿਆਂ ਦੀ ਉਮਰ ਦਾ, ਉਹ ਮੇਰੇ ਦਾਦੀ ਦੀ ਉਮਰ ਦੇ ਆ, ਮੇਰੇ ਨਾਨੀ ਜੀ ਦੀ ਉਮਰ ਦੇ ਆ, ਪਰ ਉਹ ਕਹਿ ਪਤਾ ਕੀ ਰਹੇ ਆ, ਵੀਰੇ ਟਾਈਮ ਕੀ ਹੋ ਗਿਆ। ਸੋ ਇਹ ਇਕੱਲੇ ਉਹ ਮਾਤਾ ਜੀ ਦੀ ਗੱਲ ਨਹੀਂ, ਆਮ ਹੀ ਸਾਡੇ ਘਰਾਂ ਦੇ ਵਿੱਚ, ਪੰਜਾਬ ਦੇ ਵਿੱਚ ਸਾਡੀਆਂ ਘਰ ਦੀਆਂ ਜਿਹੜੀਆਂ ਮਾਵਾਂ ਨੇ, ਔਰਤਾਂ ਨੇ, ਉਹਨਾਂ ਨੂੰ ਆਮ ਹੀ ਆ ਗੱਲ। ਉਹ ਹਰ ਇੱਕ ਨੂੰ, ਛੋਟੀ ਉਮਰ ਵਾਲੇ ਨੂੰ ਵੀ ਕਈ ਵਾਰ ਵੀਰਾ ਕਹਿ ਜਾਂਦੀ ਹੈ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹੀ ਆ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਤਾਂ ਹਜੇ ਵੱਡੀਆਂ ਹੋਈਆਂ ਹੀ ਨਹੀਂ, ਸਾਡੀ ਤਾਂ ਉਮਰ ਵੱਡੀ ਹੈ ਹੀ ਨਹੀਂ, ਵੀ ਇਹ ਤਾਂ ਮੈਂ ਵੀਰਾ ਲੱਗਦਾ ਮੇਰੀ ਉਮਰ ਦੇ ਵਿੱਚ। ਮੈਂ ਉਹ ਮਾਤਾ ਜੀ ਨੂੰ ਉੱਤਰ ਦਿੱਤਾ, ਜਦੋਂ ਮੈਂ ਉਹਨੂੰ ਕਿਹਾ, ਮੈਂ ਕਿਹਾ, ਮੈਂ ਮਾਤਾ ਜੀ ਨੇ ਕਿਹਾ ਵੀ ਮਾਤਾ ਜੀ 3 ਵੱਜ ਗਏ, ਮੈਂ ਐਂ ਨਹੀਂ ਕਿਹਾ, ਮੈਂ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਉਹਨਾਂ ਨੂੰ ਰਿਪਲਾਈ ਦੇ ਕੇ ਕਿਹਾ, ਮੈਂ ਕਿਹਾ ਭੈਣ ਜੀ 3 ਵੱਜ ਗਏ।
ਤਾਂ ਉਹ ਮਾਤਾ ਨੂੰ ਥੋੜਾ ਮਹਿਸੂਸ ਹੋਇਆ ਵੀ ਮੈਂ ਇਹਨੂੰ ਵੀਰਾ ਕਹਿਤਾ, ਹੈ ਮੇਰੀ ਪੁੱਤ ਦੀ ਉਮਰ ਦਾ, ਪੋਤੇ ਦੀ ਉਮਰ ਦਾ, ਤੇ ਫਿਰ ਇਹਨੇ ਮੈਨੂੰ ਭੈਣ ਕਹਿਤਾ। ਉਹਦੇ ਵਿੱਚ ਥੋੜਾ ਫਿਰ ਉਹਨੂੰ ਮਹਿਸੂਸ ਹੋਇਆ ਵੀ ਮੈਂ ਕੁਝ ਗਲਤ ਕਹਿਤਾ। ਸੋ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਆਪਾਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਲੁਕਾਉਂਦੇ ਫਿਰਦੇ ਆ। ਕਿਤੇ ਨਾ ਕਿਤੇ ਆਪਾਂ ਇਹ ਚਾਹੁੰਦੇ ਵੀ ਸਾਡੀ ਜਿਹੜੀ ਅਸਲੀਅਤ ਆ, ਸਾਡਾ ਰਹਿਣ ਸਹਿਣ ਆ, ਉਹ ਸਾਹਮਣੇ ਨਾ ਆ ਜੇ। ਜਿਹੜਾ ਪਿੰਡਾਂ ਦੇ ਵਿੱਚ ਜਾਂ ਕਈ ਸ਼ਹਿਰਾਂ ਦੇ ਵਿੱਚ ਆਮ ਜੀ ਰਵਾਇਤ ਆ ਕਿ ਜਿਹੜੀ ਵੱਡੀ ਉਮਰ ਦੇ ਜਿਹੜੇ ਪੁਰਸ਼ ਨੇ, ਆਦਮੀ ਨੇ, ਉਹ ਆਪਣੀ ਦਾੜੀ ਨੂੰ ਰੰਗ ਕਰ ਲੈਂਦੇ ਆ, ਦਾੜੀ ਨੂੰ ਕਾਲਾ ਕਰ ਲੈਂਦੇ ਆ, ਜਿਹਨੂੰ ਆਪਾਂ ਪਿੰਡਾਂ ਦੇ ਵਿੱਚ ਕਲਫ ਲਾਉਣਾ ਵੀ ਕਹਿ ਦਿੰਦੇ ਆ। ਉਹਨਾਂ ਦਾ ਕਾਰਨ ਕੀ, ਉਹਨਾਂ ਨੂੰ ਇਹ ਲੱਗਦਾ ਵੀ ਜਦੋਂ ਅਸੀਂ ਹੁਣ ਉਹ ਵਿਚਾਰੇ ਬੁੜੇ ਹੋ ਚੁੱਕੇ ਆ, ਸਾਈਕਲ ਤੇ ਹਨਾ ਪਿੰਡ ਵਿੱਚ ਦੀ ਜਾਂਦੇ ਆ, ਤੁਰਿਆ ਜਾਂਦਾ ਨਹੀਂ, ਗੋਡੇ ਦੁਖਦੇ ਆ, ਜਦੋਂ ਪਿੰਡ ਦੇ ਵਿੱਚ ਸਾਈਕਲ ਤੇ ਜਾਂਦੇ ਆ, ਦਾੜੀ ਨੂੰ ਕਲਫ ਲੱਗੀ ਆ, ਉਹਨਾਂ ਨੂੰ ਦੇਖ ਕੇ ਮੇਰੇ ਮਨ 'ਚ ਕਿਤੇ ਕਿਤੇ ਆਏ ਆਉਂਦਾ ਹੁੰਦਾ ਵੀ ਇਹਨਾਂ ਨੂੰ ਇਹ ਲੱਗਦਾ ਵੀ ਮੈਂ ਦਾੜੀ ਨੂੰ ਕਾਲੀ ਕਰ ਲਿਆ ਤੇ ਹੁਣ ਮੈਂ ਸਾਈਕਲ ਤੇ ਤੁਰਿਆ ਤਾਂ ਜਾਂਦੇ ਨੇ। ਸਾਰਿਆਂ ਨੂੰ ਪਤਾ ਵੀ ਬਜ਼ੁਰਗੋ ਹਨਾ, ਤੁਸੀਂ ਤੁਰਿਆ ਨਹੀਂ ਜਾਂਦਾ, ਤੁਹਾਡੇ ਜਿਹੜੇ ਗੋਡੇ ਆ ਉਹ ਜਵਾਬ ਦੇ ਚੁੱਕੇ ਆ, ਇਹ ਬੁਢਾਪੇ ਦੀ ਨਿਸ਼ਾਨੀ ਹੁੰਦੀ ਆ। ਪਰ ਉਹ ਦਾੜੀ ਨੂੰ ਕਲਫ ਲਾ ਕੇ ਇਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਵੀ ਮੈਂ ਤਾਂ ਹਜੇ ਨੌਜਵਾਨ ਆ, ਮੈਨੂੰ ਤਾਂ ਕੁਝ ਵੀ ਨਹੀਂ ਹੋਇਆ, ਇਹ ਦਿਖਾਉਣਾ ਚਾਹੁੰਦੇ ਆ। ਸੋ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ਾਂ ਮਾਰਦੀਆਂ। ਜਿਵੇਂ ਦੇ ਪ੍ਰਮਾਤਮਾ ਨੇ ਸਾਨੂੰ ਬਣਾਇਆ ਉਵੇਂ ਦੇ ਐਕਸੈਪਟ ਕਰ ਲਓ। ਜੇ ਉਹਨੇ ਚਿੱਟੇ ਵਾਲ ਸਾਡੇ ਇੱਥੇ ਮੂੰਹ ਦੇ ਉੱਪਰ ਬਣਾ ਤੇ ਫਿਰ ਕੀ ਆ, ਇਹ ਵੀ ਤਾਂ ਰੱਬ ਦੀ ਰਜ਼ਾ, ਸਮੇਂ ਦੇ ਨਾਲ ਆਉਣੇ ਹੀ ਹੁੰਦੇ ਆ। ਸੋ ਅਸੀਂ ਕਾਲੇ ਕਰਕੇ ਬਾਹਲੋਂ ਕਿਤੇ ਨਾ ਕਿਤੇ ਇਹ ਦੱਸਣਾ ਚਾਹੁੰਦੇ ਆ ਵੀ ਮੈਂ ਤਾਂ ਹਜੇ ਨੌਜਵਾਨ ਆ। ਪਰ ਉਹ ਨੌਜਵਾਨੀ ਆ ਜਿਹੜੀ ਉਹ ਗੋਡਿਆਂ ਦੇ ਵਿੱਚੋਂ ਝਲਕੂਗੀ ਨਾ, ਵੀ ਤੁਰਿਆ ਜਾਂਦਾ ਨਹੀਂ ਬਾਪੂ ਜੀ, ਤੁਸੀਂ ਚਲਾਉਂਦੇ ਤਾਂ ਸਾਈਕਲ ਹੋ। ਵੀ ਜੇ ਤੁਸੀਂ ਨੌਜਵਾਨ ਹੁੰਦੇ ਤੇ ਤੁਸੀਂ ਸਾਈਕਲ ਚਲਾਉਣਾ ਸੀਗਾ, ਫਿਰ ਸਾਈਕਲ ਕਿਉਂ ਚਲਾਉਣਾ ਸੀ, ਤੁਸੀਂ ਤੁਰ ਕੇ ਜਾਣਾ ਸੀਗਾ। ਉਹ ਦਾੜੀ ਕਲਫ ਕਰੀ ਤੋਂ ਤਾਂ ਨਹੀਂ ਨੌਜਵਾਨੀ ਦਿਸਣੀ। ਜੇ ਕਿਸੇ ਨੂੰ ਵੀਰਾ ਕਹਿ ਕੇ ਬੁਲਾ ਲਿਆ, ਇਹਦੇ ਨਾਲ ਇਹ ਵੱਡੀ ਉਮਰ ਤਾਂ ਨਹੀਂ ਛੁਪਣੀ ਵੀ ਤੁਹਾਡੀ ਉਮਰ ਤਾਂ 70-80 ਸਾਲ ਦੀ ਆ ਤੇ ਤੁਸੀਂ ਆਪ ਦੀ ਉਮਰ ਤੋਂ ਚੌਗਣੇ ਬੱਚੇ ਨੂੰ ਤੁਸੀਂ ਵੀਰਾ ਕਹੀ ਜਾਓ, ਆਏ ਤਾਂ ਨਹੀਂ ਨਾ ਗੱਲ ਚੱਲਣੀ। ਸੋ ਕਿਤੇ ਨਾ ਕਿਤੇ ਸਾਡਾ ਜਿਹੜਾ ਹੈ ਕਾਰਨ ਉਹ ਇਹੀ ਬਣਿਆ ਹੋਇਆ ਵੀ ਅਸੀਂ ਲੋਕਾਂ ਦੇ ਲਈ ਜਿਉਣੇ ਆ, ਲੋਕਾਂ ਨੂੰ ਸੋਹਣੇ ਬਣ ਕੇ ਦਿਖਾਉਣਾ ਚਾਹੁੰਦੇ ਆ, ਲੋਕਾਂ ਨੂੰ ਅਸੀਂ ਅਮੀਰ ਬਣ ਕੇ ਦਿਖਾਉਣਾ ਚਾਹੁੰਦੇ ਆ। ਇਹੀ ਹਾਲ ਸਾਡਾ ਆ ਮੌਲਾਂ ਦੇ ਵਿੱਚ ਜਿਹੜਾ ਬ੍ਰਾਂਡ ਵਗੈਰਾ ਪੰਜਾਬ ਦਾ ਜਿਹਨੇ ਨਾਂ ਸਮਾਰਿਆ। ਅੱਗੇ ਜਾ ਕੇ ਵੀਡੀਓ 'ਚ ਆਪਾਂ ਇਹ ਵੀ ਜ਼ਿਕਰ ਕਰਾਂਗੇ ਵੀ ਬ੍ਰਾਂਡ ਨੇ ਕਿਵੇਂ ਪੰਜਾਬ ਦਾ ਜਿਹੜਾ ਉਹ ਖਾਤਮਾ ਕੀਤਾ, ਅਸੀਂ ਕਿਵੇਂ ਬ੍ਰਾਂਡ ਵੱਲ ਨੂੰ ਭੱਜੇ ਜਾ ਰਹੇ ਹਾਂ ਤੇ ਬ੍ਰਾਂਡ ਦਿਨੋਂ ਦਿਨ ਕਿਵੇਂ ਪੰਜਾਬ ਨੂੰ ਖਾ ਰਿਹਾ। ਉਹ ਅੱਗੇ ਵੀ ਆਪਾਂ ਵੀਡੀਓ ਦੇ ਵਿੱਚ ਵਿਚਾਰਾਂਗੇ। ਦੇਖੋ, ਜਦੋਂ ਮੂਹਰੇ ਹੁਣ ਸਰਦੀਆਂ ਦੇ ਵਿੱਚ ਵੈਡਿੰਗ ਸੀਜ਼ਨ ਆਉਣਾ, ਵਿਆਹਾਂ ਦੇ ਦਿਨ ਆਉਣੇ ਨੇ ਸਰਦੀਆਂ ਦੇ ਵਿੱਚ, ਉਹਨਾਂ ਦਿਨਾਂ 'ਚ ਇੱਕ ਦੇਖਣ ਵਾਲੀ ਗੱਲ ਹੁੰਦੀ ਹੈ। ਉਹ ਦੇਖਣ ਵਾਲੀ ਗੱਲ ਇਹ ਹੁੰਦੀ ਹੈ ਵੀ ਜਦੋਂ ਸਰਦੀਆਂ ਦੇ ਵਿੱਚ, ਸਿਆਲਾਂ ਦੇ ਵਿੱਚ ਵਿਆਹ ਆਉਂਦੇ ਨੇ। ਦੇਖੋ, ਵਿਆਹ 600 ਰੁਪਏ ਦੇ ਬੂਟਾਂ ਦੇ ਨਾਲ ਵੀ ਦੇਖਿਆ ਜਾਣਾ, ਪਰ ਅਸੀਂ ਕੀ ਕਰਦੇ ਹਾਂ, ਬ੍ਰਾਂਡ ਦੇ ਪਿੱਛੇ ਭੱਜਦੇ ਆ ਤਾਂ ਕਿ ਸਾਨੂੰ ਇਹ ਲੱਗਦਾ ਵੀ ਸਾਨੂੰ ਲੋਕ ਦੇਖਣ, ਸਾਡੇ ਵੱਲ ਲੋਕ ਆਕਰਸ਼ਿਤ ਹੋਣ। ਅਸੀਂ ਇਸ ਚੱਕਰ ਦੇ ਵਿੱਚ, ਕਿਉਂਕਿ ਆਪਦੇ ਲਈ ਤਾਂ ਬੂਟ ਪਾ ਨਹੀਂ ਰਹੇ, ਅਸੀਂ ਪਾ ਰਹੇ ਹਾਂ ਲੋਕਾਂ ਲਈ ਬੂਟ। ਤਾਂ ਜਦੋਂ ਅਸੀਂ ਮੰਨ ਲਓ ਸਾਨੂੰ ਕੋਈ ਵਿਆਹ ਆ ਗਿਆ ਘਰੇ, ਵੀ ਲਓ ਜੀ ਤੁਸੀਂ ਸਾਡੇ ਵਿਆਹ ਤੇ ਪਹੁੰਚਣਾ, ਤੇ ਸਾਨੂੰ ਇਹ ਨਹੀਂ ਫਿਕਰ ਹੁੰਦਾ ਵੀ ਅਸੀਂ ਵਿਆਹ ਦੇ ਲਈ ਜਾਣਾ, ਸਾਨੂੰ ਇਹ ਫਿਕਰ ਹੁੰਦਾ ਵਾ ਕਿ ਅਸੀਂ ਉਹ ਕਿਵੇਂ ਦਾ ਸਾਰਾ ਅਰੇਂਜਮੈਂਟ ਕਿਵੇਂ ਕਰਨਾ, ਸਾਡੇ ਕੱਪੜੇ ਲੀੜੇ ਕਿਵੇਂ ਦੇ ਹੋਣਗੇ। ਤਾਂ ਅਸੀਂ ਕੀ ਕਰਨਾ, ਮਾਲ ਦੇ ਵਿੱਚ ਜਾ ਕੇ ਵਧੀਆ 3-4 ਹਜ਼ਾਰ ਰੁਪਏ ਦਾ ਬੂਟ ਲੈ ਕੇ ਆਉਣੇ ਆ। ਤੇ ਸਾਨੂੰ ਇਹ ਲੱਗਦਾ ਵੀ ਜਦੋਂ ਅਸੀਂ ਹੁਣੇ ਪੈਲਸ 'ਚ ਪਾ ਕੇ ਗਏ ਬੂਟ, ਤੇ ਵੀਡੀਓ ਸ਼ੂਟ ਕਰਨ ਵਾਲੇ ਨੇ ਪਹਿਲਾਂ ਸਾਡੇ ਬੂਟਾਂ ਤੋਂ ਵੀਡੀਓ ਸ਼ੂਟ ਕਰਨੀ, ਪਰ ਉਹਨੂੰ ਸਾਰੇ ਵਿਆਹ ਦੇ ਵਿੱਚ ਨਾ ਉਹਨੂੰ ਕੋਈ ਬੂਟਾਂ ਬਾਰੇ ਪੁੱਛਦਾ, ਨਾ ਉਹਦੇ ਕੋਈ ਬੂਟਾਂ ਵੱਲ ਵੇਖਦਾ। ਫਿਰ ਉਹਦਾ ਮਨ ਉਦਾਸ ਹੋ ਜਾਂਦਾ ਵੀ ਮੈਂ ਇੰਨੇ ਪੈਸੇ ਲਾਏ, ਮੇਰੇ ਬੂਟਾਂ ਬਾਰੇ ਕਿਸੇ ਨੇ ਪੁੱਛਿਆ ਹੀ ਨਹੀਂ। ਘਰੇ ਆ ਕੇ ਜਦੋਂ ਉਹਨੂੰ ਘਰ ਦੇ ਪੁੱਛਦੇ ਆ ਕਿਵੇਂ ਸੀ ਵਿਆਹ, ਤਾਂ ਉਹ ਕਹਿੰਦਾ ਨਹੀਂ ਹੈ ਨਹੀਂ ਸੀ ਵਿਆਹ 'ਚ ਗੱਲਬਾਤ ਜੀ, ਵਧੀਆ ਨਹੀਂ ਸੀ। ਉਹ ਕਾਰਨ ਕੀ, ਵੀ ਬੂਟਾਂ ਬਾਰੇ ਤਾਂ ਪੁੱਛਿਆ ਹੀ ਨਹੀਂ ਕਿਸੇ ਨੇ। ਲੋਕਾਂ ਨੂੰ ਬੂਟ ਦਿਖਾਉਣ ਗਿਆ ਸੀ, ਬੂਟਾਂ ਬਾਰੇ ਕਿਸੇ ਨੇ ਪੁੱਛਿਆ ਹੀ ਨਹੀਂ। ਕਿਸੇ ਦਾ ਧਿਆਨ ਨਹੀਂ ਹੁੰਦਾ, ਨਾ ਸਾਡੇ ਸੂਟਾਂ ਦੇ ਵਿੱਚ, ਨਾ ਸਾਡੇ ਬੂਟਾਂ 'ਚ। ਆਪਾਂ ਕਿੰਨਾ ਕੁ ਧਿਆਨ ਰੱਖਦੇ ਹਾਂ ਵੀ ਕਿਸੇ ਦੇ ਕਿਹੜਾ ਸੂਟ ਪਾਇਆ, ਕਿਸੇ ਦੇ ਕਿਹੜਾ ਬੂਟ ਪਾਇਆ। ਸੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾ, ਜਦੋਂ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ ਰਾਗ ਦੇਵਗੰਧਾਰੀ ਅੰਦਰ, 31 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ। ਦੇਵਗੰਧਾਰੀ ਰਾਗ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ, ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਢਾਰ। ਉੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ ਕਿ ਲੋਕਾਂ ਦੀ ਚਤਰਾਈ ਉਪਮਾ, ਲੋਕਾਂ ਦੀਆਂ ਸਿਆਣਪਾਂ ਤੇ ਲੋਕਾਂ ਦੀਆਂ ਵਡਿਆਈਆਂ ਇਕੱਠੀਆਂ ਕਰਨੀਆਂ, ਅੱਗ 'ਚ ਸਿੱਟ ਕਹਿੰਦੇ ਇਹਨਾਂ ਨੂੰ, ਕੀ ਲੈਣਾ ਲੋਕਾਂ ਦੀਆਂ ਵਡਿਆਈਆਂ ਇਕੱਠੀਆਂ ਕਰਕੇ। ਸੋ ਕਿਵੇਂ ਨਾ ਕਿਵੇਂ ਜਦੋਂ ਅਸੀਂ ਗੁਰੂ ਦੇ ਸਿਧਾਂਤ ਨਾਲੋਂ ਟੁੱਟਦੇ ਹਾਂ ਤਾਂ ਸਾਡੀ ਜ਼ਿੰਦਗੀ, ਹੁਣ ਮੁੰਦਾ ਸੰਤੋਖ ਵਾਲੇ ਜਿਹੜੀ ਆਪਾਂ 28 ਨੰਬਰ ਜਪਜੀ ਸਾਹਿਬ ਦੀ 28 ਨੰਬਰ ਪੌੜੀ ਪੜ੍ਹਦੇ ਹਾਂ, ਮੁੰਦਾ ਸੰਤੋਖ ਸਰਮ ਪੱਤ ਝੋਲੀ ਧਿਆਨ ਕੀ ਕਰਹਿ ਵਿਭੂਤ, ਹਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਉਸ ਸਾਰੀ ਪੌੜੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਜੋਗੀਆਂ ਦੇ ਨਾਲ ਵਿਚਾਰ ਕਰਦੇ ਤੇ ਜੋਗੀਆਂ ਨੂੰ ਸਮਝਾ ਰਹੇ ਆ। ਮੁੰਦਾ ਸੰਤੋਖ ਵਾਲਾ ਜਿਹੜਾ ਸ਼ਬਦ ਆ ਉਹਨੂੰ ਗੌਰ ਨਾਲ ਪੜ੍ਹਿਓ, ਦੇਖਿਓ ਚ ਕੀ ਕਿਹਾ ਗੁਰੂ ਪਾਤਸ਼ਾਹ ਨੇ। ਗੁਰੂ ਸਾਹਿਬ ਕਹਿਣ ਲੱਗੇ, ਜੋਗੀ ਜੀ ਰੱਬ ਨਾਲ ਜੁੜਨ ਦੇ ਵਾਸਤੇ ਕੱਲੀਆਂ ਕੰਨ ਵਾਲੀਆਂ ਮੁੰਦਰਾਂ ਨਾਲ ਨਹੀਂ ਕੰਮ ਚੱਲਣਾ, ਉਹਦੇ ਲਈ ਸੰਤੋਖ ਦੀਆਂ ਮੁੰਦਰਾਂ ਵੀ ਹੋਣੀਆਂ ਜ਼ਿਆਦਾ ਜ਼ਰੂਰੀ ਆ।
ਤੁਸੀਂ ਆਪਣੇ ਜੀਵਨ 'ਚ ਸੰਤੋਖੀ ਕਿੰਨਾ ਕੁ, ਜਿੰਨਾ ਕੁ ਪ੍ਰਮਾਤਮਾ ਨੇ ਦਿੱਤਾ ਉਹਦੇ 'ਚ ਕਿੰਨਾ ਕੁ ਸਬਰ ਮਹਿਸੂਸ ਕਰਦੇ ਹੋ। ਲੋਕਾਂ ਦੇ ਲਈ ਇੱਥੇ ਝੋਲੀਆਂ ਅੜਦੇ ਫਿਰਦੇ ਆ ਤੁਸੀਂ ਵੀ ਅਸੀਂ ਇੱਥੇ ਜਾਉਂ ਕੇ ਦਿਖਾਈਏ। ਇੱਦਾਂ ਜੇ ਜਿਹਦਾ ਮਨ ਗੁਰੂ ਸਾਹਿਬ ਪਾਤਸ਼ਾਹ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜਿਹਦਾ ਮਨ ਸੰਤੋਖੀ ਆ, ਜਿਹਦਾ ਮਨ ਸਬਰ ਦੇ ਨਾਲ ਜੁੜਿਆ ਹੋਇਆ, ਗੁਰੂ ਪਾਤਸ਼ਾਹ ਕਹਿੰਦੇ ਉਹ ਅਸਲ ਦੇ ਵਿੱਚ ਜੋਗੀ ਆ, ਜਿਹਨੇ ਆਪਣੇ ਮਨ ਦੇ ਉੱਤੇ ਸੰਤੋਖ ਦੀਆਂ ਮੁੰਦਰਾਂ ਨੂੰ ਪਹਿਨ ਲਿਆ। ਸੰਤੋਖੀ ਬਣਾਉਣਾ ਜੀਵਨ ਆਪਣਾ। ਸੋ ਇਹੀ ਕੜੀ ਦੇ ਨਾਲ ਜੁੜਦਾ ਹੋਇਆ ਸਾਡੇ ਪਿਛਲੇ ਦਿਨਾਂ ਦੇ ਵਿੱਚ ਜੋ ਨੌਜਵਾਨ ਵੀਰ ਆ, ਪੰਜਾਬੀ ਗਾਇਕ ਸੀ ਸਿੱਧੂ ਮੂਸੇਵਾਲਾ, ਜਿਹਨੂੰ ਆਪਾਂ ਸ਼ੁਭਦੀਪ ਸਿੱਧੂ ਕਰਕੇ ਵੀ ਆਪਣੇ ਲੋਕ ਜਾਣਦੇ, ਉਹਨਾਂ ਦਾ ਕਤਲ ਹੋ ਜਾਂਦਾ। ਸੋ ਉਹਦੇ ਵਿੱਚ ਕਈ ਤੱਥ ਉੱਭਰ ਕੇ ਸਾਹਮਣੇ ਆਏ ਆ। ਇੱਕ ਤੱਥ ਆਇਆ, ਕਿਸੇ ਨੇ ਕਿਹਾ, ਮੀਡੀਆ 'ਚ ਪ੍ਰਚਲਿਤ ਹੋਈਆਂ ਗੱਲਾਂ, ਕਿਸੇ ਨੇ ਕਿਹਾ ਕਿ ਬਿਸ਼ਨੋਈ ਗਰੁੱਪ ਉਹ ਤੋਂ ਫਰੋਤੀ ਮੰਗ ਰਿਹਾ ਸੀ ਤਾਂ ਕਰਕੇ ਉਹਨਾਂ ਨੇ ਉਹਦਾ ਕਤਲ ਕਰਤਾ। ਕਿਸੇ ਨੇ ਕਿਹਾ ਕਿ ਕਿਸੇ ਕਤਲ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਨਾਂ ਆਉਂਦਾ ਸੀ ਤਾਂ ਬਿਸ਼ਨੋਈ ਗਰੁੱਪ ਨੇ ਉਹਨਾਂ ਨੂੰ ਮਾਰਤਾ। ਸੋ ਕਈ ਤਰ੍ਹਾਂ ਦੀਆਂ ਵੱਖ-ਵੱਖ ਗੱਲਾਂ ਜਿਹੜੀਆਂ ਸਾਡੇ ਸੁਣਨ ਦੇ ਵਿੱਚ ਸਾਹਮਣੇ ਆਈਆਂ। ਸੋ ਉਹਨਾਂ ਦੇ ਕਤਲ ਦਾ ਕਿਤੇ ਨਾ ਕਿਤੇ ਇਹ ਕਾਰਨ ਬਣਦਾ ਸੀ ਪ੍ਰਸਿੱਧੀ। ਲੋਕਾਂ ਨੂੰ ਆਪਣਾ ਆਪ ਦਿਖਾਉਣਾ ਚਾਹੁੰਦੇ ਸੀ ਜ਼ਿਆਦਾ। ਕਈ ਵਾਰ ਮੈਂ ਸਟੇਜ ਸ਼ੋਅ ਉਹਨਾਂ ਦੇ ਦੇਖਦਾ ਹੁੰਦਾ ਸੀ। ਚਲੋ ਅੱਜ ਆਪਾਂ ਉਹਨਾਂ ਨੂੰ ਵਧੀਆ ਮੰਨਦੇ ਹਾਂ। ਉਹਨਾਂ ਨੇ ਪਿਛਲੇ ਆਪਣੇ ਜਿਹੜਾ ਉਹਨਾਂ ਦਾ ਅੰਤਿਮ ਸਮਾਂ ਸੀਗਾ ਉਹਦੇ ਵਿੱਚ ਉਹਨਾਂ ਨੇ ਬੜੇ ਜਿਹੜੇ ਹੈਗੇ ਆ ਉਹ ਚੰਗੇ ਗੀਤ, 2-3 ਗੀਤ ਪੰਜਾਬ ਨੂੰ ਦਿੱਤੇ ਤਾਂ ਕਿ ਉਹਦੇ ਨਾਲ ਕੋਈ ਪੰਜਾਬੀ ਨੂੰ ਸੇਧ ਆਈ। ਬਲਵਿੰਦਰ ਸਿੰਘ ਜਟਾਣਾ ਵਰਗੇ ਯੋਧਿਆਂ ਨੂੰ ਸਰਚ ਕਰਨ ਲੱਗੇ ਅੱਜ ਕੱਲ੍ਹ ਸਾਡੇ ਨੌਜਵਾਨ। ਸੋ ਅੰਤਿਮ ਸਮੇਂ ਬਹੁਤ ਵਧੀਆ ਗਾਣੇ ਉਹਨਾਂ ਨੇ, ਅੰਤਿਮ ਸਮੇਂ ਦੀ ਉਹਨਾਂ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹ ਵੀ ਬਹੁਤ ਵਧੀਆ ਸੀ। ਪਰ ਜਦੋਂ ਸਟੇਜ ਦੇ ਉੱਪਰ ਆਪਣਾ ਸ਼ੋਅ ਕਰਨ ਦੇ ਲਈ ਚੜ੍ਹਦੇ ਆ ਤਾਂ ਉੱਥੇ ਰਿਪਲਾਈ ਦਿੰਦੇ ਆ ਲੋਕਾਂ ਨੂੰ ਵੀ ਤੁਸੀਂ ਮੈਨੂੰ ਐਂ ਕਹਿੰਦੇ ਹੋ, ਤੁਸੀਂ ਮੈਨੂੰ ਐਂ ਕਹਿੰਦੇ ਹੋ, ਇਹ ਐਂ ਹੁੰਦਾ। ਉਹਦਾ ਕਾਰਨ ਇਹੀ ਆ, ਜਦੋਂ ਅਸੀਂ ਲੋਕਾਂ ਨੂੰ ਵੈਪਨ ਦਿਖਾਉਣੇ ਆ, ਲੋਕਾਂ ਨੂੰ ਹਥਿਆਰ ਦਿਖਾਉਣੇ ਆ, ਲੋਕਾਂ ਨੂੰ ਮਹਿੰਗੀਆਂ ਗੱਡੀਆਂ ਦਿਖਾਉਣੇ ਆ, ਕੀ ਆਪਾਂ ਲੈਣਾ ਕੀ ਆ ਇਹ ਪ੍ਰਸਿੱਧੀ ਤੋਂ, ਤਾਂ ਉਹਨਾਂ ਦੀ ਜਿਹੜੀ ਮੌਤ ਦਾ ਜਾਂ ਉਹਨਾਂ ਦੇ ਕਤਲ ਦਾ ਜਿਹੜਾ ਮੁੱਖ ਕਾਰਨ ਇੱਕ ਇਹ ਵੀ ਬਣਿਆ, ਪ੍ਰਸਿੱਧੀ ਵੀ ਬਣੇ। ਉਹਨਾਂ ਨੇ ਦੁਨੀਆ ਨੂੰ ਆਪਣੀ ਪ੍ਰਸਿੱਧੀ ਦਿਖਾਈ, ਦੁਨੀਆ ਨੂੰ ਆਪਣਾ ਪੈਸਾ ਸ਼ੋਅ ਕੀਤਾ, ਦੁਨੀਆ ਨੂੰ ਆਪਣੀ ਜਿਹੜੀ ਉਹ ਸ਼ੋਹਰਤ ਆ ਉਹ ਸ਼ੋਅ ਕੀਤੀ, ਤਾਂ ਉਹ ਵੀ ਇੱਕ ਉਹਨਾਂ ਦੇ ਜਿਹੜੀ ਕਤਲ ਦਾ ਸਬੱਬ ਬਣੇ। ਤੇ ਜੇ ਕਿਤੇ ਆਪਾਂ ਨੋਰਮਲ ਜ਼ਿੰਦਗੀ ਜਿਉਣ ਲੱਗ ਜਾਈਏ, ਗੁਰੂ ਸਾਹਿਬ ਦੇ ਕਹਿਣ ਦੇ ਮੁਤਾਬਕ ਆਪਾਂ ਸੰਤੋਖੀ ਜੀਵਨ ਧਾਰਨ ਕਰ ਲਈਏ, ਜਿੰਨਾ ਗੁਰੂ ਪਾਤਸ਼ਾਹ ਨੇ ਦਿੱਤਾ ਉਨੇ 'ਚ ਰਹਿਣ ਸਹਿਣ ਬਤੀਤ ਕਰ ਲਈਏ। ਆਮਦਨ ਸਾਡੀ 10,000 ਆ, ਖਰਚੇ ਅਸੀਂ 20,000 ਕਰਦੇ ਹਾਂ। ਉਹ ਜਿਹੜਾ 10,000 ਫਿਰ ਅਸੀਂ ਪੂਰਾ ਕਰਨਾ ਹੈ ਨਾ, 20,000 ਦਾ ਸਾਨੂੰ ਉੱਪਰ ਖਰਚ ਪੈ ਗਿਆ, ਆਮਦਨ 10,000 ਆ, ਜਿਹੜਾ ਉਹ 10,000 ਅਸੀਂ ਇਕੱਠਾ ਕਰਨਾ ਹੈ, ਉਹ ਇਕੱਠਾ ਕਰਨ ਦੇ ਵਿੱਚ ਕੀ ਅਸੀਂ ਉਨੇ ਸਮੇਂ ਦੇ ਵਿੱਚ ਜਦੋਂ 10,000 ਨੂੰ ਕਿਵੇਂ ਅਸੀਂ ਭੱਜ ਦੌੜ ਕਰਕੇ ਇਕੱਠਾ ਕਰਾਂਗੇ, ਖਰਚਾ ਪੂਰਾ ਕਰਾਂਗੇ, ਕੀ ਅਸੀਂ ਇੰਨੇ ਸਮੇਂ ਦੇ ਵਿੱਚ ਸਾਡੇ ਰੱਬ ਯਾਦ ਰਹੂਗਾ, ਕੀ ਇੰਨੇ ਸਮੇਂ ਦੇ ਵਿੱਚ ਅਸੀਂ ਗਲਤ ਕੰਮ ਨਹੀਂ ਕਰਾਂਗੇ ਕੰਮ ਕਰਦੇ ਜਦੋਂ ਅਸੀਂ ਪੈਸਾ ਪੂਰਾ ਕਰਨਾ ਹੈ। ਕਈਆਂ ਨੂੰ ਨਸ਼ੇ ਵੇਚਣੇ ਪੈ ਸਕਦੇ ਆ, ਕਈਆਂ ਨੂੰ ਹੋਰ ਗਲਤ ਕੰਮ ਕਰਨੇ ਪੈ ਸਕਦੇ। ਸੋ ਜੇ ਆਪਾਂ ਆਪਣੇ ਖਰਚੇ ਹੀ ਮੇਨਟੇਨ ਉਹਨੇ ਰੱਖੀਏ, ਜੇ ਅਸੀਂ ਗੱਲਬਾਤ ਹੀ ਉਨੀ ਕੁ ਕਰੀਏ ਜਿੰਨੀ ਕੁ ਸਾਡੀ ਆਮਦਨ, ਜੇ ਅਸੀਂ ਲੋਕਾਂ ਨੂੰ ਇਹ ਦਿਖਾਉਣੋਂ ਹਟ ਜਾਈਏ ਵੀ ਸਾਡੇ ਕੋਲ ਪੈਸਾ ਬਹੁਤ ਆ, ਅਸੀਂ ਇੱਦਾਂ ਹੈ, ਆਪਣੇ ਆਪ ਨੂੰ ਦਰਸਾਉਣਾ ਹਟ ਜਾਈਏ, ਲੋਕਾਂ ਨੇ ਕੀ ਵਡਿਆਈ ਉਪਮਾ ਤੇ ਵਸੰਤਰ ਯਾਰ ਮੁੰਡਾ ਸੰਤੋਖ ਵਾਲੀ ਪੌੜੀ ਤੇ ਪਹਿਰਾ ਦੇ ਦਈਏ ਆਪਾਂ ਵੀ ਲੋਕਾਂ ਦੀਆਂ ਵਡਿਆਈਆਂ ਖੱਟ ਕੇ ਕਰਨਾ ਕੀ ਹੈ। ਗੁਰੂ ਪਾਤਸ਼ਾਹ ਕਹਿੰਦੇ, ਉਹ ਤੇ ਬਾਬਾ ਕਬੀਰ ਜੀ ਵੀ ਕਹਿੰਦੇ ਆ, ਬਾਬਾ ਫਰੀਦ ਜੀ ਵੀ ਆਪਾਂ ਇਹਨਾਂ ਲੋਕਾਂ ਦੀ ਖਾਤਰ ਆਪਣੇ ਸਰੀਰ ਤੇ ਆਪਣੇ ਪੈਰਾਂ ਤੇ ਕੁਹਾੜਾ ਮਾਰ ਲੈਂਦੇ। ਉਹ ਆਪਾਂ ਸ਼ਲੋਕ ਪੜ੍ਹਦੇ ਆ ਨਾ ਜਦੋਂ ਆਪਣੇ ਘਰੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦਾ, ਤਾਂ ਉਹ ਆਪਾਂ ਸਾਰਾ ਸ਼ਲੋਕ ਪੜ੍ਹਦੇ ਆ ਕਿ ਦੀਨ ਗਵਾਇਆ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਇਹ ਦੁਨੀਆ ਦੀ ਖਾਤਰ ਬੰਦਾ ਦੀਨ ਗਵਾ ਲੈਂਦਾ, ਧਰਮ ਗਵਾ ਲੈਂਦਾ। ਦੁਨੀਆ ਨੇ ਤਾਂ ਨਾਲ ਥੋੜ੍ਹੋ ਜਾਣਾ। ਸੋ ਬਾਣੀ ਨੇ ਪੈਰ ਤੇ ਸਾਨੂੰ ਇਹ ਸਿੱਖਿਆ ਦਿੱਤੀ ਆ ਕਿ ਦੁਨੀਆ ਦੀ ਖਾਤਰ ਦੀਨ ਨੂੰ ਨਾ ਗਵਾ, ਦੁਨੀਆ ਦੀ ਖਾਤਰ ਧਰਮ ਨੂੰ ਨਾ ਖਰਾ। ਸੋ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਆਪਾਂ ਇਹ ਵਿਚਾਰ ਅੱਜ ਕਰਨੀ ਚਾਹੁੰਦੇ ਸੀਗੇ ਕਿ ਕਿਵੇਂ ਆਪਾਂ ਹੈਗੇ ਆ ਵੀ ਉਹ ਲੋਕਾਂ ਦੀ ਖਾਤਰ ਗੁਰੂ ਦੇ ਸਿਧਾਂਤ ਨਾਲ ਟੁੱਟ ਰਹੇ ਆ। ਕਾਰਨ ਇਹੀ ਅਸੀਂ ਬਾਣੀ ਨਹੀਂ ਪੜ੍ਹ ਰਹੇ, ਖੁਦ ਅਸੀਂ ਅਰਥਾਂ ਸਮੇਤ ਬਾਣੀ ਪੜ੍ਹੀਏ, ਸਾਨੂੰ ਗਿਆਨ ਆਵੇ, ਤਾਂ ਕਿ ਸਾਡੀ ਜਿਹੜੀ ਸ਼ਖਸੀਅਤ ਆ, ਸਾਡਾ ਜੀਵਨ ਆ, ਉਹ ਸੁਚੱਜਾ ਬਣ ਸਕੇ। ਸੋ ਅੱਗੇ ਤੋਂ ਹੋਰ ਕਿਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਸਿਧਾਂਤ ਦੇ ਨਾਲ ਮਿਲਦੀ ਜੁਲਦੀ ਵੀਡੀਓ ਜਿਹੜੀ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।